देश दुनिया च वसदे पंजाबियों को स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव भास्कर। भास्कर साहब खुशामदीद, वेलकम। बहुत बहुत शुक्रिया रंधावा जी। भास्कर साहब, अज सवेरे नवजोत सिंह सिद्धू सिसवा फॉर्म च देखे गए। अरसे बाद सिसवा फॉर्म दे विच एक फोटो सैशन हुंदा जिहदे च दो विरोधी, घोर विरोधी इक्को फोटो फ्रेम दे विच नाल प्रगट सिंह ते नाल नागरा फतेहगढ़ साहब वाले खड़े दिसदे आ। ਐਨ ਉਸੇ ਵੇਲੇ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਨਾਲ 36 ਦੇ ਅੰਕੜੇ 'ਚ ਉਹਨਾਂ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਵੱਡਾ ਹਮਲਾ ਬੋਲਿਆ ਗਿਆ। ਇੱਕੋ ਸਮੇਂ ਇੱਕੋ ਕੈਂਪ ਦੇ ਦੋ ਵਿਅਕਤੀ ਦੋ ਵੱਖ-ਵੱਖ ਰਾਹਾਂ ਤੇ। ਹੁਣ ਇਹਦੇ 'ਚ ਅੱਗੇ ਜਾ ਕੇ ਗੱਲ ਕਰਾਂਗੇ ਕਿ ਦਿਲ ਮਿਲੇ, ਮਨ ਮਿਲੇ, ਅੱਖਾਂ ਮਿਲੀਆਂ ਜਾਂ ਕੀ ਮਿਲਿਆ। ਨਾਲ ਹੀ ਅਨਿਲ ਜੋਸ਼ੀ ਦੀ ਗੱਲ ਕਰ ਲਈਏ। ਅਨਿਲ ਜੋਸ਼ੀ ਅੱਜ ਆਪਣੀ ਸਟੇਜ ਤੋਂ ਬਾਰ-ਬਾਰ ਅਕਾਲੀ ਭਾਜਪਾ ਕਹਿੰਦੇ ਰਹੇ। ਸ਼ਾਇਦ ਇਹ ਜ਼ੁਬਾਨ ਸਲਿੱਪ ਕਰ ਜਾਂਦੀ ਹੈ ਜਾਂ ਅਜੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਅਸਲ 'ਚ ਭਾਜਪਾ ਮੈਂ ਆ। ਪੰਜਾਬ ਦੇ ਵਿੱਚ ਹਿੰਦੂ ਵਰਗ ਦੀ ਨੁਮਾਇੰਦਗੀ ਕਰਨ ਦਾ ਜਿਹੜਾ ਇੱਕ ਭਾਰਤੀ ਜਨਤਾ ਪਾਰਟੀ ਕੋਲ ਪੱਖ ਸੀ, ਉਹ ਅੱਜ ਜਿਹੜਾ ਅਨਿਲ ਜੋਸ਼ੀ ਆਪਣੇ ਉਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਨਜ਼ਰ ਆਏ। ਇਹ ਸਿਆਸਤ ਬੜੀ ਅਜੀਬ ਕਿਸਮ ਦੀ ਹੈ ਕਿ ਕੀ ਸੱਚਮੁੱਚ ਅਨਿਲ ਜੋਸ਼ੀ ਆਪਣੀ ਪੂਰੀ ਪਾਰਟੀ ਦਾ ਚਿਹਰਾ ਅਕਾਲੀ ਦਲ ਦੇ ਵਿੱਚ ਬਣ ਸਕਦੇ ਆ। ਉਹਨਾਂ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹੁੰਦੇ ਆ। ਔਰ ਤੀਜੀ ਗੱਲ, ਅਹਿਮ ਗੱਲ ਕਿ ਜਿਹੜਾ ਮਸਲਾ ਆਮ ਸਪੋਕਸ ਪਰਸਨ ਨਹੀਂ, ਮੈਂ ਐਡਵਾਈਜ਼ਰਾਂ ਦੀ ਗੱਲ ਕਰਨ ਲੱਗਿਆ ਸੀ। ਜਿਹੜੇ ਸਲਾਹਕਾਰ ਹੁੰਦੇ ਆ, ਸਲਾਹਕਾਰ ਮਰਵਾਉਂਦੇ ਵੀ ਆ ਤੇ ਕਈ ਵਾਰੀ ਅੱਗੇ ਵਧਾਉਂਦੇ ਵੀ ਆ। ਲੇਕਿਨ ਆਮ ਆਦਮੀ ਪਾਰਟੀ ਦੇ ਇੱਕ ਸਲਾਹਕਾਰ ਨੇ ਸਮੇਧ ਸੈਣੀ ਦੇ ਹੱਕ ਵਿੱਚ ਇੱਕ ਟਵੀਟ ਕਰਕੇ ਔਰ ਇੱਕ ਵੱਡਾ ਪੱਖ ਲੈ ਕੇ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਛੇੜਤੀ ਹੈ। ਕਿਉਂਕਿ ਤੁਹਾਨੂੰ ਯਾਦ ਹੋਣਾ 17 ਤੋਂ ਪਹਿਲਾਂ ਕੇਜਰੀਵਾਲ ਦੇ ਉੱਤੇ ਇੱਕ ਖਾੜਕੂ ਸਫਾ ਨਾਲ ਜੁੜਿਆ ਵਿਅਕਤੀ, ਖਾੜਕੂ ਵਿਚਾਰਧਾਰਾ ਵਾਲਾ ਵਿਅਕਤੀ, ਉਹਦੇ ਘਰ ਬ੍ਰੇਕਫਾਸਟ ਕਰਨ ਤੋਂ ਬਾਅਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਅਜੀਬ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰੀ ਉਹਦੇ ਐਨ ਉਲਟ ਇੱਕ ਸਲਾਹਕਾਰ ਆਪਣੀ ਗੱਲ ਰੱਖ ਰਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਪੈਂਤੜਾ ਹੈ, ਕਿਉਂਕਿ ਉਹ ਪਹਿਲੇ 8-10 ਬੰਦਿਆਂ 'ਚ ਕੇਜਰੀਵਾਲ ਦੇ ਨਾਂ ਨਾਲ ਜਾਣੇ ਜਾਂਦੇ ਆ ਜਿਹੜੇ ਸਲਾਹਕਾਰ। ਮੈਨੂੰ ਵਾਪਸ ਮੁੜਦਾ, ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਮਿਲਦੇ ਆ, ਇੱਕ 10 ਮੈਂਬਰੀ ਰਣਨੀਤਿਕ ਪੈਨਲ ਬਣ ਜਾਂਦਾ ਜਿਹੜਾ ਮੁੱਦਿਆਂ ਦੇ ਉੱਤੇ ਹਰ ਹਫ਼ਤੇ ਮਿਲੂਗਾ, ਜਿਹਦੀ ਅਗਵਾਈ ਮੁੱਖ ਮੰਤਰੀ ਕਰਨਗੇ, ਲੇਕਿਨ ਸਿੱਧੂ ਵੀ ਨਾਲ ਹੋਣਗੇ। ਅੱਜ ਸਿੱਧੂ ਸਾਹਿਬ ਆਪਣੇ ਮਨ ਦੀ ਮੰਤਰੀਆਂ ਨੂੰ ਕਾਂਗਰਸ ਭਵਨ 'ਚ ਬਿਠਾਉਣ ਦੀ ਕਵਾਇਦ ਪੂਰੀ ਕਰ ਆਏ ਆ। ਉੱਥੇ ਗੱਲ ਤਾਂ ਮੁਕੰਮਲ ਸਨਮਾਨ ਵਾਲੀ ਰਹੀ। ਸਿੱਧੂ ਸਾਹਿਬ ਦੇ ਮੁਖ ਚੋਂ ਸਰ ਸ਼ਬਦ ਨਿਕਲਦਾ ਰਿਹਾ, ਅੱਖਾਂ ਬਹੁਤ ਜ਼ਿਆਦਾ ਨਹੀਂ ਮਿਲੀਆਂ, ਮੁੱਦਿਆਂ ਤੇ ਗੱਲ ਲੰਬੀ ਚੌੜੀ ਨਹੀਂ ਹੋਈ। ਜਿਹੜਾ ਏਜੰਡਾ ਲੈ ਕੇ ਗਏ ਸੀਗੇ ਉਹ ਏਜੰਡਾ ਅਗਲੇ ਮਨਵਾ ਲਿਆਏ ਨੇ, ਲੇਕਿਨ ਜਿਹੜਾ ਏਜੰਡਾ 5 ਨਿਕਾਤੀ ਤੇ 18 ਨਿਕਾਤੀ ਸੀ ਉਹਦੇ ਲਈ ਕਮੇਟੀ ਬਣ ਗਈ 10 ਮੈਂਬਰੀ, ਹਰ ਹਫ਼ਤੇ ਮਿਲਿਆ ਕਰੂਗੀ। ਦਿਲ ਨਹੀਂ ਮਿਲੇ, ਦਿਲ ਮਿਲੇ ਕਿ ਨਹੀਂ ਮਿਲੇ, ਮੈਂ ਇਹ ਫਿਰ ਪੁੱਛਣਾ ਤੁਹਾਨੂੰ। ਰੰਧਾਵਾ ਜੀ, ਜਦ ਤੁਸੀਂ ਕਹਿੰਦੇ ਹੋ ਕਿ ਅੱਜ ਸਿੱਧੂ ਸਾਹਿਬ ਦੇਖੇ ਗਏ ਸਿਸਵਾ ਫਾਰਮ ਦੇ ਵਿੱਚ, ਗੱਲ ਏਦਾਂ ਲੱਗਦੀ ਹੈ ਵੀ ਇੱਕ ਸ਼ੇਰ ਕਿਸੇ ਦੂਜੇ ਜੰਗਲ ਦੇ ਵਿੱਚ ਦੇਖਿਆ ਗਿਆ ਜੀ। ਗੱਲ ਹੈ ਵੀ ਉਦਾਂ ਹੀ ਕਿ ਜਦ ਅੱਜ ਸਵੇਰੇ ਫੋਟੋ ਛਪੀ ਜਾਂ ਫੋਟੋ ਦੇਖੀ ਅਸੀਂ, ਜਿਹਦੇ ਵਿੱਚ ਸਿੱਧੂ ਉਹਨਾਂ ਤੇ ਕੈਪਟਨ ਸਾਹਿਬ ਵਰਚੁਅਲੀ ਇੱਕ ਦੂਜੇ ਨਾਲ ਜੱਫੀ ਪਾ ਰਹੇ ਨੇ ਔਰ ਫੇਸ ਤੇ ਮੁਸਕਾਨ ਸੀ, ਔਰ ਨਾਲ ਉਸ ਤੋਂ ਬਾਅਦ ਦੂਜੀ ਫੋਟੋ ਰਿਲੀਜ਼ ਹੁੰਦੀ ਹੈ ਜਿਹਦੇ ਵਿੱਚ ਪ੍ਰਗਟ ਸਿੰਘ ਹੋਣਾ और कुलजीत नागरा होना, कैप्टन अमरिंदर सिंह होना और सिद्धू होना, चारों इकट्ठे खड़े ने और तकरीबन फेस ਦੇ ਵਿੱਚ ਸਮਾਈਲ ਹੈਗੀ ਹੈ। ਇਹਦੇ ਨਾਲ ਕਈ ਲੋਕਾਂ ਨੂੰ, ਖਾਸ ਕਰਕੇ ਪੱਤਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹੁਣ ਸਭ ਕੁਝ ਠੀਕ ਹੋ ਗਿਆ। ਥੋੜੀ ਦੇਰ ਬਾਅਦ ਏਜੰਡਾ ਲੀਕ ਹੋਇਆ। ਮਿਲਣ ਕਿਉਂ ਗਏ ਸੀਗੇ? ਮਿਲਣ ਇਸ ਕਰਕੇ ਗਏ ਸੀਗੇ ਕਿ ਜਿਹੜੇ ਕਾਂਗਰਸ ਭਵਨ ਦੇ ਵਿੱਚ ਸਿੱਧੂ ਉਹਨਾਂ ਨੇ ਸੀਰੀਜ਼ ਆਫ ਮੀਟਿੰਗ ਕੀਤੀ ਹੈ ਕਾਂਗਰਸ ਐਮਐਲਏਜ਼ ਨਾਲ, ਵਰਕਰਾਂ ਨਾਲ। ਉਹਨਾਂ ਉਸ ਸੀਰੀਜ਼ ਨੂੰ ਅੱਗੇ ਵਧਾਉਣ ਦੀ ਇੱਕ ਰੋਸਟਰ ਤਿਆਰ ਕੀਤਾ ਗਿਆ। ਸਿੱਧੂ ਸਾਹਿਬ ਸਾਰੇ ਮੰਤਰੀਆਂ ਦੇ ਨਾਂ ਲਿਖੇ ਗਏ, ਬਕਾਇਦਾ ਡੇਟ ਅਲਾਟ ਕੀਤੀ ਗਈ ਔਰ ਨਵੰਬਰ ਤੱਕ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਕਿ ਨਵੰਬਰ ਤੱਕ ਰੋਜ਼ ਕੋਈ ਨਾ ਕੋਈ ਮੰਤਰੀ ਕਾਂਗਰਸ ਭਵਨ ਵਿੱਚ ਬੈਠ ਕੇ ਕਾਂਗਰਸ ਦੇ ਵਰਕਰਾਂ ਦੀ ਸਮੱਸਿਆਵਾਂ ਦਾ ਹੱਲ ਕਰਨਗੇ। ਹਾਲਾਂਕਿ ਇਹ ਵਰਕਰਾਂ ਦੀ ਗੱਲ ਉਹਨਾਂ ਨੇ ਜ਼ਰੂਰ ਕੀਤੀ ਹੈ, ਪਰ ਹੋਣਾ ਇਹ ਚਾਹੀਦਾ ਸੀਗਾ ਕਿ ਆਮ ਲੋਕਾਂ ਦੀ ਵੀ ਸਮੱਸਿਆਵਾਂ ਦਾ ਹੱਲ ਕਰਨਗੇ। ਚਲੋ ਹੁਣ ਗੱਲ ਵਰਕਰਾਂ ਤੱਕ ਆਈ ਹੈ ਤੇ ਕੱਲ ਨੂੰ ਆਮ ਲੋਕਾਂ ਤੱਕ ਵੀ ਜਾਏਗੀ, ਕਿਉਂਕਿ ਬਾਦਲ ਸਾਹਿਬ ਦੇ ਟਾਈਮ ਅਸੀਂ ਸਭ ਤੋਂ ਵਧੀਆ ਗੱਲ ਇਹੀ ਦੇਖੀ ਸੀ ਕਿ ਉਹ ਆਪ ਜਨਤਾ ਦੇ ਵਿੱਚ ਦਰਬਾਰ ਲਗਾ ਕੇ, ਯਾਨੀ ਜਿੱਦਾਂ ਹਰਿਆਣਾ ਦੇ ਵਿੱਚ ਸਰਕਾਰ ਆਪਕੇ ਦੁਆਰ ਹੈ, ਸੰਗਤ ਦਰਸ਼ਨ ਬਾਦਲ ਸਾਹਿਬ ਨੇ ਨਾਲ ਦਿੱਤਾ ਸੀ ਔਰ ਸੰਗਤ ਦਰਸ਼ਨ ਤਕਰੀਬਨ ਹਰ ਹਫ਼ਤੇ ਕਿਸੇ ਨਾ ਕਿਸੇ ਜਗ੍ਹਾ ਹਰ ਰੋਜ਼ ਹੁੰਦਾ ਹੀ ਸੀਗਾ।
ਉਹ ਸਿਲਸਿਲਾ ਹੁਣ ਕਾਂਗਰਸ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ। ਸਾਰੇ ਖੁਸ਼ ਨਜ਼ਰ ਆ ਰਹੇ ਸੀਗੇ, ਪਰ ਜੀ ਪੱਤਰਕਾਰਾਂ ਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਸੀ ਕਿ 5 ਨੁਕਾਤੀ ਪ੍ਰੋਗਰਾਮ ਜਿਹਦੇ ਉੱਤੇ ਸਿੱਧੂ ਸਾਹਿਬ ਉਹਨਾਂ ਵਿੱਚੋਂ ਇੱਕ ਦੋ ਦੇ ਉੱਤੇ ਤੇ ਅਸੈਂਬਲੀ ਦੇ ਵਿੱਚ ਰੈਜ਼ੋਲੂਸ਼ਨ ਲਿਆਉਣ ਦੀ ਵੀ ਗੱਲ ਕਰ ਰਹੇ ਨੇ, ਔਰ 27 ਅਗਸਤ ਜਿਹੜੀ ਹੁਣ ਇੱਕ ਹਫ਼ਤੇ ਦੂਰ ਹੈਗੀ ਹੈ, ਉਹਦੇ ਵਿੱਚ ਜੋ ਕੁਝ ਹੋਣਾ ਹੈ ਉਸ ਤੋਂ ਪਹਿਲੇ ਕੁਝ ਇਸ ਤਰ੍ਹਾਂ ਦੇ ਫੈਸਲੇ ਕਿ ਉਹ ਬੰਦ ਲਿਫਾਫਿਆਂ ਨੂੰ ਸਰਕਾਰ ਆਪ ਲੀਕ ਕਰ ਦੇ ਕਿ ਉਸ ਬੰਦ ਲਿਫਾਫਿਆਂ ਦੇ ਵਿੱਚ ਅਸੀਂ ਲਿਖਿਆ ਕੀ ਹੈ, ਇਹਦੀ ਕੋਈ ਗੱਲਬਾਤ ਨਹੀਂ ਹੋਈ। ਇੱਕ ਕੋਆਰਡੀਨੇਸ਼ਨ ਕਮੇਟੀ ਬਣਾ ਦਿੱਤੀ ਗਈ ਜਿਹਨੂੰ ਇਹ ਕਿਹਾ ਕਿ ਹਰ ਹਫ਼ਤੇ ਉਹ ਮੀਟਿੰਗ ਕਰੇਗੀ, ਔਰ ਉਹ ਮੀਟਿੰਗ ਸਰਕਾਰ ਤੇ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਪੁੱਲ ਦਾ ਕੰਮ ਕਰੇਗੀ। ਪਰ ਜਦ 10 ਮੈਂਬਰੀ ਕਮੇਟੀ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਪਾਇਆ ਕਿਹਨੂੰ ਜਾਂਦਾ ਹੈ? ਮਨਪ੍ਰੀਤ ਬਾਦਲ ਉਹਨਾਂ ਨੂੰ, ਬ੍ਰਹਮ ਮਹਿੰਦਰਾ ਉਹਨਾਂ ਨੂੰ, ਤੇ ਤੀਜੇ ਜਿਹੜੇ ਉਸ ਤੋਂ ਬਾਅਦ ਜਿਹੜੇ 4 ਕਾਰਜਕਾਰੀ ਪ੍ਰਧਾਨ ਹੈਗੇ ਨੇ ਉਹ ਤੇ ਹੈਗੇ ਹੀ ਨੇ, ਇੱਕ ਮੰਤਰੀ ਅਰਨਾ ਚੌਧਰੀ ਔਰ ਨਾਲ ਪ੍ਰਗਟ ਸਿੰਘ ਜੀ। ਤੇ ਉਹ ਜਿਹੜੇ ਮੰਤਰੀ ਜਿਨ੍ਹਾਂ ਨੇ ਵੱਧ ਚੜ ਕੇ ਸਾਥ ਦਿੱਤਾ ਸੀਗਾ ਸਿੱਧੂ ਸਾਹਿਬ ਦਾ, ਖਾਸ ਕਰਕੇ ਉਹ 3 ਮੰਤਰੀ ਜਿਹਦੇ ਵਿੱਚ ਸੁਖਜਿੰਦਰ ਰੰਧਾਵਾ ਉਹਨਾਂ ਦਾ ਨਾਮ ਆਉਂਦਾ ਹੈ, ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਦਾ ਨਾਮ ਆਉਂਦਾ ਹੈ, ਤੇ ਨਾਲੇ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਆਉਂਦਾ ਹੈ, ਉਹ ਇਸ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਮਿਸ ਹੁੰਦੇ ਨੇ। ਜਦ ਇਹ ਗੱਲ ਚੱਲ ਰਹੀ ਹੁੰਦੀ ਹੈ, ਨਾਲ ਦੇ ਨਾਲ ਇੱਕ ਬਿਆਨ ਚੱਲਦਾ ਹੈ ਕਿ ਸੁਖਜਿੰਦਰ ਰੰਧਾਵਾ ਉਹਨਾਂ ਨੇ ਮੰਗਿਆ ਕਿ ਜਿਹੜੇ ਹੋਮ ਸੈਕਟਰੀ ਹੈਗੇ ਨੇ ਔਰ ਦੂਜੇ ਜਿਹੜੇ ਐਡਵੋਕੇਟ ਜਨਰਲ ਹੈਗੇ ਨੇ ਜਾਂ ਫਿਰ ਵਿਜੀਲੈਂਸ ਦੇ ਡਾਇਰੈਕਟਰ ਹੈਗੇ ਨੇ, ਉਹਨਾਂ ਨੂੰ ਬਰਖਾਸਤ ਕੀਤਾ ਜਾਏ, ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਏ, ਔਰ ਖਾਸ ਕਰਕੇ ਉਹ ਕਿਉਂਕਿ ਉਹ ਜੋ ਜਿਹੜੀ ਸੈਣੀ ਉਹਨਾਂ ਦੀ ਅਰੈਸਟ ਤੋਂ ਲੈ ਕੇ ਉਹਨਾਂ ਦੀ ਰਿਲੀਜ਼ ਤੱਕ ਜੋ ਕੁਝ ਅਣਗਹਿਲੀ ਸਰਕਾਰ ਦੇ ਕਾਨੂੰਨੀ ਪੱਖੋਂ ਹੋਈ ਹੈ ਉਹਦੇ ਵਾਸਤੇ ਰਿਸਪੌਂਸਿਬਿਲਿਟੀ ਫਿਕਸ ਕੀਤੀ ਜਾਏ। ਕੈਪਟਨ ਅਮਰਿੰਦਰ ਸਿੰਘ ਦਾ 2 ਟੁਕ ਜਵਾਬ ਆਉਂਦਾ ਹੈ ਕਿ ਇੱਦਾਂ ਦੀ ਕੋਈ ਗੱਲ ਕਰਨੀ ਹੈ ਜਾਂ ਆਰਗੇਨਾਈਜੇਸ਼ਨ ਯਾਨੀ ਸਿੱਧੂ ਸਾਹਿਬ ਦੇ ਕੋਲ ਜਾਂ ਫਿਰ ਮੇਰੇ ਕੋਲ, ਯਾਨੀ ਆਰਗੇਨਾਈਜੇਸ਼ਨ ਦੇ ਜਾਂ ਸਰਕਾਰ ਦੇ ਪਲੇਟਫਾਰਮ ਤੇ ਕੀਤੀ ਜਾਏ, ਬਜਾਏ ਕਿ ਮੀਡੀਆ ਦੇ ਵਿੱਚ ਜਾਂ ਪਬਲਿਕ ਦੇ ਵਿੱਚ ਇਹ ਗੱਲਾਂ ਕੀਤੀ ਜਾਏ। ਔਰ ਇਹਦੇ ਉੱਤੇ ਸਿੱਧੂ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆਉਂਦਾ। ਸਿੱਧੂ ਉਹਨਾਂ ਨਾ ਇਸ ਗੱਲ ਨੂੰ ਸਪੋਰਟ ਕਰਦੇ ਨੇ ਨਾ ਰਿਜੈਕਟ ਕਰਦੇ ਨੇ। ਇਹ ਕਿਸੇ ਨਾ ਕਿਸੇ ਜਗ੍ਹਾ ਅੱਗੇ ਚੱਲ ਕੇ ਜਿਹੜੀ ਲੜਾਈ ਕੈਪਟਨ ਵਰਸਸ ਸਿੱਧੂ ਚੱਲ ਰਹੀ ਸੀਗੀ, ਉਹ ਕਿਤੇ ਜਿਹੜੇ ਮੰਤਰੀ ਸਿੱਧੂ ਉਹਨਾਂ ਦਾ ਸਾਥ ਦੇ ਰਹੇ ਸੀ ਉਹ ਲੜਾਈ ਉਸ ਪਾਸੇ ਨਾ ਤੁਰ ਜਾਏ, ਕਿਉਂਕਿ ਜਦ ਖਿਲਾਰਾ ਪੈ ਜਾਂਦਾ ਹੈ ਤੇ ਕਈ ਵਾਰ ਉਸ ਪਾਸੋਂ ਖਿਲਾਰਾ ਪੈਂਦਾ ਹੈ ਜਿਹਦੇ ਵਿੱਚ ਤੁਸੀਂ ਐਕਸਪੈਕਟ ਹੀ ਨਾ ਕਰ ਰਹੇ ਹੋ ਕਿ ਉੱਥੋਂ ਵੀ ਖਿਲਾਰਾ ਪੈ ਸਕਦਾ ਹੈ। ਪਰ ਇਹ ਖਿਲਾਰੇ ਜਿਹੜੇ ਆ ਇਹ ਦੇਖ ਚੁੱਕੀ ਆ ਕਾਂਗਰਸ ਕਿ ਗੱਲ ਕੈਬਨਿਟ ਦੇ ਵਿੱਚ ਸੁਨੀਲ ਜਾਖੜ ਔਰ ਸੁਖਜਿੰਦਰ ਰੰਧਾਵਾ ਨਾਲ ਹੋਈ, ਉਸ ਤੋਂ ਬਾਅਦ ਉਹ ਲੜਾਈ ਐਡੀ ਵੱਡੀ ਬਣ ਗਈ ਕਿ ਦਿੱਲੀ ਪਹੁੰਚ ਗਈ ਤੇ ਦਿੱਲੀ 2 ਮਹੀਨੇ ਚੱਲੀ। ਮੈਂ ਇਸ ਘਟਨਾਕ੍ਰਮ ਦਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ, ਮੈਂ ਉਹਦੇ ਤੇ ਤੁਹਾਡੀ ਟਿੱਪਣੀ ਲੈਣੀ ਆ। ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਹ ਮੰਤਰੀ ਸ਼ਾਮਲ ਨਹੀਂ ਗਏ ਪੈਨਲ 'ਚ, ਤਾਂ ਇੱਕ ਹੋਰ ਪਹਿਲੂ ਬੜਾ ਅਹਿਮ ਆ। ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ 'ਚ ਜਿਹੜਾ 36 ਦਾ ਅੰਕੜਾ ਸੀ ਉਹ ਦਿਨ ਬ ਦਿਨ ਤੀਖਣ ਤੇ ਤੀਬਰ ਹੁੰਦਾ ਜਾਂਦਾ ਸੀਗਾ। ਇੰਜ ਲੱਗਦਾ ਸੀ ਵੀ ਇਹ 2 ਜਿਹੜੇ ਰੇਲ ਦੀਆਂ ਪਟੜੀਆਂ ਵਾਂਗ ਕਿਤੇ ਮਿਲਣ ਵਾਲੇ ਧਰੁਵ ਨਹੀਂ ਹੈਗੇ। ਲੇਕਿਨ ਪ੍ਰਗਟ ਸਿੰਘ 2 ਦਿਨ ਪਹਿਲਾਂ ਅਪੁਆਇੰਟ ਕੀਤੇ ਜਾਂਦੇ ਆ। ਕੁਲਜੀਤ ਸਿੰਘ ਨਾਗਰਾ ਇੱਕ ਵਰਕਿੰਗ ਪ੍ਰੈਜ਼ੀਡੈਂਟ ਹੈ। ਔਰ ਇੱਕ ਹੋਰ ਪਹਿਲੂ ਕਿ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਦੇ ਇੱਕ ਭਰੋਸੇਯੋਗ ਅਫਸਰ ਜਿਨ੍ਹਾਂ ਨਾਲ ਪ੍ਰਗਟ ਸਿੰਘ ਦਾ ਲਗਾਤਾਰ ਰਾਬਤਾ ਰਹਿੰਦਾ ਹੈ, ਔਰ ਖਾਸ ਤੌਰ ਤੇ ਨਾਗਰਾ ਵੀ ਲਗਾਤਾਰ ਉਹਨਾਂ ਨਾਲ ਸੰਪਰਕ ਵਿੱਚ ਹੁੰਦੇ ਆ। ਇਵੇਂ ਇੱਕ ਪੁਲ ਬਣਦਾ ਹੈ ਕਿ ਆਖਰ ਇੱਕ ਦੂਜੇ ਨਾਲ ਲੜਦੇ ਆ ਅਸੀਂ ਜਿਹਨਾਂ ਮੁੱਦਿਆਂ ਤੇ ਗੱਲ ਹੋ ਰਹੀ ਸੀ ਉਹ ਮੁੱਦਿਆਂ ਨੂੰ ਤਾਂ ਟੱਚ ਹੀ ਨਹੀਂ ਕਰ ਰਹੇ। ਉਹ ਜਿਹੜੇ ਮੁੱਦੇ ਉਠਾਏ ਜਾ ਰਹੇ ਸੀ, ਹੁਣ ਜ਼ਿੰਮੇਵਾਰੀਆਂ ਲੈ ਕੇ ਵੀ ਉਹਨਾਂ ਦੇ ਉੱਤੇ ਕੰਮ ਨਹੀਂ ਹੋਊਗਾ ਤਾਂ ਫਿਰ ਬੈਠਣ ਦਾ ਕੀ ਫਾਇਦਾ। ਸਿੱਧੂ ਜਿਹੜੇ ਲਗਾਤਾਰ ਵਿਰੋਧ ਵਿੱਚ ਸੀਗੇ ਉਹ ਸਿਸਵਾ ਫਾਰਮ ਤੇ ਚਲੇ ਜਾਂਦੇ ਆ। ਹੁਣ ਵੇਖਣ ਵਾਲੀ ਗੱਲ ਆ ਕਿ ਸਮੀਕਰਨ ਕੀ ਬਣ ਰਿਹਾ। ਹੁਣ ਇਸ ਵੇਲੇ ਤਹੰਮਲ ਵਾਲੇ ਪ੍ਰਗਟ ਸਿੰਘ ਨੇ ਔਰ ਸੋਚ ਸਮਝ ਰੱਖਣ ਵਾਲੇ ਨਾਗਰਾ ਨੇ ਇਸ ਚੈਨਲ ਨੂੰ ਇਸ ਤਰੀਕੇ ਨਾਲ ਅੱਗੇ ਵਧਾਇਆ ਕਿ ਦੋਨਾਂ 'ਚ ਵਿੱਥ ਵੀ ਬਣੀ ਹੋਈ ਆ ਮੁੱਖ ਮੰਤਰੀ ਤੇ ਸਿੱਧੂ 'ਚ, ਲੇਕਿਨ ਇੰਜ ਲੱਗ ਵੀ ਰਿਹਾ ਕਿ ਕੰਮ ਇਕੱਠਾ ਹੋ ਰਿਹਾ। ਜੇ ਕੋਆਰਡੀਨੇਸ਼ਨ ਕਮੇਟੀ ਹਰ ਹਫ਼ਤੇ ਮਿਲਦੀ ਆ ਤਾਂ ਕੁਦਰਤੀ ਮੁੱਦਿਆਂ ਤੇ ਗੱਲ ਹੋਊਗੀ, ਪਰ ਫਿਰ ਵੀ ਪੰਜਾਬ ਦੇ ਲੋਕ ਟਿਕ ਟਿਕੀ ਲਾ ਕੇ ਵੇਖਦੇ ਆ। ਅਸੀਂ ਤੁਹਾਡੀਆਂ ਸਾਂਝਾਂ ਦਾ ਕੀ ਕਰੀਏ, ਅਸੀਂ ਤੁਹਾਡੀਆਂ ਜੱਫੀਆਂ ਦਾ ਕੀ ਲੈਣਾ, ਤੁਹਾਡੀ ਲੜਾਈ ਦਾ ਕੀ ਲੈਣਾ। ਸਾਨੂੰ ਤਾਂ ਭਾਈ ਇਹ ਦੱਸੋ ਕਿ 4.5 ਸਾਲ ਤੁਸੀਂ ਸੁੱਤੇ ਰਹੇ, ਹੁਣ 4.5 ਸਾਲ ਬਾਅਦ ਕੈਪਟਨ ਦੀ ਬਜਾਏ ਸਿੱਧੂ ਚਿਹਰਾ ਬਣ ਕੇ ਕਹਿੰਦਾ ਮੈਂ ਕਰਾਊਂ, ਤੇ ਮੈਂ 6 ਮਹੀਨੇ ਬਾਅਦ ਕਿਉਂ ਕਰਾਊਂ, ਹੁਣ ਕਿਉਂ ਨਹੀਂ ਕਰਾਉਂਦੇ। ਸੋ ਇਹ ਬੱਕਰੀ ਵਾਲੀ ਮੈਂ ਬੰਦ ਕਰਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੀ, ਹੁਣ ਸਿੱਧੂ ਨੇ, ਤੇ ਫਿਰ ਕੋਈ ਹੋਰ ਆ ਜਾਊਗਾ। ਪੰਜਾਬੀ ਸਦਾ ਧੋਖੇ 'ਚ ਮਹਿਸੂਸ ਕਰਦੇ ਰਹੇ ਕਿ ਕਦੇ ਕੋਈ ਚੀਟ ਕਰ ਜਾਂਦਾ, ਕਦੇ ਕੋਈ। ਭਾਸਕਰ ਸਾਹਿਬ, ਇਹ ਕੋਆਰਡੀਨੇਸ਼ਨ ਕਮੇਟੀ ਤੁਹਾਨੂੰ ਲੱਗਦਾ ਜਿਹਦੇ 'ਚ ਪ੍ਰਗਟ ਸਿੰਘ ਤੇ ਨਾਗਰਾ ਵੀ ਹੋਣਗੇ, ਦੂਜੇ ਬੰਨਿਓ ਬ੍ਰਹਮ ਮਹਿੰਦਰਾ ਜਿਹੜੇ ਕਿਸੇ ਵੇਲੇ ਤਿੱਖੇ ਵੀ ਹੋ ਜਾਂਦੇ ਉਹ ਵੀ ਹੋਣਗੇ, ਇਹ ਇੱਕ ਸਾਰ ਚੱਲ ਪਾਊਗੀ। ਜਿਹੜੇ ਮੁੱਦਿਆਂ ਤੇ ਇਹਨਾਂ ਦੀ ਸਹਿਮਤੀ ਨਹੀਂ ਸੀ ਬਣਦੀ ਰਹੀ, ਦੋਸ਼ ਲੱਗਦੇ ਰਹੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ 75-25 'ਚ ਨੇ, ਇਹ ਆਮ ਲਾਉਂਦੇ ਸੀਗੇ। ਸੋ ਸਵਾਲ ਤਾਂ ਇਹ ਹੈ
ਕਿ ਕੀ ਇਹਨਾਂ ਮੁੱਦਿਆਂ ਨੂੰ ਐਡਰੈਸ ਕਰ ਲਿਆ ਜਾਊਗਾ। ਇਹ ਦੋ ਜਿੱਥੇ ਸਿੱਧੂ ਔਰ ਮੁੱਖ ਮੰਤਰੀ ਵਿੱਚ ਹੋਣਗੇ ਤੇ ਬਾਕੀ 8 ਹੋਣਗੇ, ਉਹਦੇ ਵਿੱਚ ਕਿਸੇ ਇੱਕ ਮੁੱਦੇ ਤੇ ਸਹਿਮਤੀ ਬਣੂਗੀ। ਸੈਣੀ ਵਾਲਾ ਮਾਮਲਾ ਵੀ, ਕਈ ਮਾਮਲੇ ਜਿਹੜੇ ਹੁਣ ਜਿਹੜਾ ਸੁਖਜਿੰਦਰ ਰੰਧਾਵਾ ਨੇ ਉਠਾਇਆ, ਸੋ ਇਹੋ ਜਿਹੇ ਮਸਲੇ ਆੜੇ ਆਉਣਗੇ, ਇਹ ਮਸਲੇ ਅੱਗੇ ਆਉਣਗੇ, ਕਦੋਂ ਕਿੱਥੇ ਕੀ ਫੈਸਲਾ ਲੈਣਾ, ਕੀ ਕਹਿੰਦੇ ਹੋ? ਰੰਧਾਵਾ ਜੀ, ਜਦ ਕਦੀ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਜਾਏ ਤੇ ਗੱਲਬਾਤ ਸਿਰੇ ਤੱਕ ਪਹੁੰਚ ਸਕਦੀ ਹੈ ਜੀ। ਕਾਰਨ ਕਿ ਕਿਸੇ ਨਾ ਕਿਸੇ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਆਉਣਾ ਚਾਹੀਦਾ ਸੀਗਾ, ਕਿਸੇ ਨੂੰ ਇੱਕ ਪੁਲ ਬਣਨਾ ਚਾਹੀਦਾ ਸੀ ਜਿਹੜੀ ਖਾਈ ਪੈ ਗਈ ਹੈ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ। ਅੱਜ ਭਗਤ ਸਿੰਘ ਸੂਤਰਧਾਰ ਪਰੇ ਜੋ ਕੁਝ ਸੀਨ ਬਣਾਇਆ, ਤੁਸੀਂ ਜਿਸ ਤਰ੍ਹਾਂ ਦੱਸਿਆ ਹੈ ਕਿ ਸੀਐਮ ਆਫਿਸ ਦੇ ਵਿੱਚ ਇੱਕ ਵੱਡੇ ਸਰਕਾਰੀ ਅਧਿਕਾਰੀ, ਉਹਨਾਂ ਦੇ ਨਾਲ ਗੱਲਬਾਤ ਭਗਤ ਸਿੰਘ ਉਹਨਾਂ ਦੀ ਹੋਈ, ਤੇ ਇਹ ਅੱਜ ਦੀ ਜਿਹੜੀ ਮੀਟਿੰਗ ਦਾ ਮਾਹੌਲ ਬਣਿਆ, ਉਸ ਮਾਹੌਲ ਦੇ ਵਿੱਚ ਖਬਰਾਂ ਹੈ ਬਾਹਰ ਹੀ ਨਿਕਲ ਕੇ ਆਈਆਂ ਜੀ ਵੀ ਕਿ ਵੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ। ਔਰ ਇਹ ਗੱਲਬਾਤ ਅੱਗੇ ਤੋਰਨ ਵਾਸਤੇ, ਕਿਉਂਕਿ ਜਿਹੜੇ ਇਸ਼ੂ ਤਲਖੀ ਵਾਲੇ ਹੈਗੇ ਨੇ ਉਹਨਾਂ ਦੇ ਉੱਤੇ ਕੋਆਰਡੀਨੇਸ਼ਨ ਕਮੇਟੀ ਦਾ ਬਣਾਇਆ ਜਾਣਾ, ਔਰ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਵਰਗੇ ਮੰਤਰੀਆਂ ਦਾ ਉਹਦੇ ਵਿੱਚ ਇਨਕਲੂਡ ਹੋਣਾ, ਫਿਰ 4 ਸਲਾਹਕਾਰ ਨਵਜੋਤ ਸਿੰਘ ਸਿੱਧੂ ਆਪ ਤੇ ਭਗਤ ਸਿੰਘ ਉਹਨਾਂ ਦਾ ਵੀ ਉਹਦੇ ਵਿੱਚ ਸ਼ਾਮਿਲ ਹੋਣਾ, ਅਰੁਣਾ ਚੌਧਰੀ ਉਹਨਾਂ ਦਾ ਸ਼ਾਮਿਲ ਹੋਣਾ। ਇਹ ਮੈਨੂੰ ਲੱਗਦਾ ਹੈ ਕਿ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਹੈ, ਕਿਉਂਕਿ ਅਗਰ ਕਿਸੇ ਮੁੱਦੇ ਤੇ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਏਗੀ ਔਰ ਉਹਦਾ ਕੋਈ ਸਿੱਟਾ ਨਿਕਲਦਾ ਹੈ ਔਰ ਉਹ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੰਮ ਹੋਣਾ ਸ਼ੁਰੂ ਹੁੰਦਾ ਹੈ, ਕਿਉਂਕਿ ਬੜੀ ਛੇਤੀ ਇਹਦਾ ਰਿਜ਼ਲਟ ਵੀ ਆ ਜਾਏਗਾ ਔਰ ਟੈਸਟ ਵੀ ਆ ਜਾਏਗਾ। ਜਿਸ ਤਰ੍ਹਾਂ 27 ਅਗਸਤ ਦੀ ਅਕਸਰ ਅਸੀਂ ਗੱਲ ਕਰਦੇ ਹਾਂ, ਹਾਈ ਕੋਰਟ ਦੇ ਵਿੱਚ ਉਸ ਡਰੱਗ ਮਾਮਲਿਆਂ ਨੂੰ ਲੈ ਕੇ ਸੁਣਵਾਈ ਹੈਗੀ ਹੈ। ਉਸ ਤੋਂ ਬਾਅਦ ਅਸੈਂਬਲੀ ਸੈਸ਼ਨ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਹੋ ਸਕਦਾ ਹੈ। ਉਸ ਅਸੈਂਬਲੀ ਸੈਸ਼ਨ ਦੇ ਵਿੱਚ PPA ਐਗਰੀਮੈਂਟ ਦੇ ਉੱਤੇ ਜੇ ਕੋਈ ਇਸ ਤਰ੍ਹਾਂ ਦਾ ਲੈਜਿਸਲੇਸ਼ਨ ਨਹੀਂ ਲਿਆਇਆ ਗਿਆ, ਜਾਂ ਫਿਰ ਉਹ ਬੰਦ ਲਿਫਾਫਿਆਂ ਨੂੰ ਖੋਲ੍ਹਣ ਦੀ ਗੱਲ ਜਿਹਦੇ ਵਾਸਤੇ ਸਿੱਧੂ ਉਹਨਾਂ ਕਹਿੰਦੇ ਕਿ ਮੈਂ ਰੈਜ਼ੋਲੂਸ਼ਨ ਲੈ ਕੇ ਆਊਂਗਾ, ਉਹ ਨਹੀਂ ਲੈ ਕੇ ਆਇਆ ਜਾਂਦਾ, ਤੇ ਫਿਰ ਕਿਸੇ ਨਾ ਕਿਸੇ ਜਗ੍ਹਾ ਜਿਹੜੀ ਉਹ ਖਾਈ ਹੈਗੀ ਹੈ ਉਹ ਹੋਰ ਗਹਿਰੀ ਹੁੰਦੀ ਚਲੀ ਜਾਏਗੀ। ਉਸ ਤੋਂ ਪਹਿਲੇ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਣੀ ਹੈ, ਮੰਤਰੀਆਂ ਦਾ 23 ਤਰੀਕ ਨੂੰ ਬਹਿਣਾ ਸ਼ੁਰੂ ਹੋਣਾ ਹੈ, ਤੇ ਕੁਝ ਨਾ ਕੁਝ ਠੀਕ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਦੂਜੇ ਪਾਸੇ ਮੁਕਾਬਲਾ ਅਕਾਲੀ ਦਲ ਨਾਲ ਹੈਗਾ ਔਰ ਅਕਾਲੀ ਦਲ ਆਪਣਾ ਕੁਨਬਾ ਰੋਜ਼ ਵਧਾਉਂਦਾ ਜਾ ਰਿਹਾ ਹੈ। ਇੱਦਾਂ ਦੇ ਹਾਲਾਤ ਵਿੱਚ ਕਾਂਗਰਸ ਨੂੰ ਇੱਕ ਯੂਨਾਈਟਿਡ ਫੇਸ ਤੇ ਦਿਖਾਣਾ ਹੀ ਪਏਗਾ, ਭਾਵੇਂ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ, ਭਾਵੇਂ ਅਗਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੋਣ। ਯੂਨਾਈਟਿਡ ਫੇਸ ਨਾ ਹੋਣਾ ਉਹ ਦੋਨਾਂ ਦੇ ਵਾਸਤੇ ਬੜਾ ਨੁਕਸਾਨਦਾਇਕ ਹੈ। ਦੇਖੋ, ਜਦੋਂ ਇਲੈਕਸ਼ਨ ਆਏਗੀ ਚਿਹਰਾ ਫਾਈਨਲ ਹੋਏਗਾ, ਲੇਕਿਨ ਹੁਣ ਤੱਕ ਤਾਂ ਤੁਸੀਂ ਸਰਕਾਰ ਦਾ ਚਿਹਰਾ ਹੋ, ਇੱਕ ਪਾਰਟੀ ਦਾ ਚਿਹਰਾ ਸੱਤਾ ਵਾਲੀ ਪਾਰਟੀ ਦਾ, ਦੂਜਾ ਸਰਕਾਰ ਦਾ ਚਿਹਰਾ। ਲੋਕਾਂ ਦੇ ਕੰਮ ਕਰੋ, ਆਪਸ ਵਿੱਚ ਲੜ ਕੇ ਸਾਨੂੰ ਰੋਜ਼ ਸੁਰਖੀ ਕਿਉਂ ਦਿੰਦੇ ਹੋ? ਸੁਰਖੀ ਕੰਮ ਦੀ ਦਿਓ, ਉਹ ਵੀ ਸਾਡੇ ਲਈ ਉਨੀ ਅਹਿਮ ਆ। ਲੇਕਿਨ ਤੁਸੀਂ ਗੱਲ ਕੀਤੀ ਸੀਗੀ ਅਕਾਲੀ ਦਲ ਦੇ ਪੈਂਤੜੇ ਦੀ, ਇੱਕ ਪੁਰਾਣੀ ਗੱਲ ਹਮੇਸ਼ਾ ਚੱਲੀ ਆਉਂਦੀ ਹੈ ਕਿ ਬਹੁਤ ਸਾਰੀ ਦਲਿਤ ਵੋਟ ਔਰ ਹਿੰਦੂ ਵੋਟ ਕਾਂਗਰਸ ਨੂੰ ਭੁਗਤਦੀ ਰਹੀ ਹੈ। ਹਿੰਦੂ ਵੋਟ ਕਾਂਗਰਸ ਨਾਲ ਪੱਕੀ ਜੁੜਦੀ ਰਹੀ ਹੈ ਜਦੋਂ ਤੱਕ ਬੀਜੇਪੀ ਪੱਕੇ ਪੈਰੀ ਨਹੀਂ ਹੋਈ ਪਿਛਲੇ 15 ਕੁ ਸਾਲ 'ਚ। ਸੋ ਹੌਲੀ ਹੌਲੀ ਵਪਾਰੀ ਵਰਗ ਬੀਜੇਪੀ ਨਾਲ ਜੁੜਦਾ ਰਿਹਾ। ਹੁਣ ਇੱਕ ਵਾਰੀ ਫਿਰ ਜਦੋਂ ਬੀਜੇਪੀ ਦੀ ਟੁੱਟ ਗਈ ਅਕਾਲੀਆਂ ਨਾਲੋਂ, ਤਾਂ ਇੰਜ ਲੱਗਣ ਲੱਗਿਆ ਸੀ ਕਿ ਇਹ ਵੋਟ ਦੋ ਥਾਂ ਹੀ ਵੰਡੀ ਜਾਊਗੀ, ਬੀਜੇਪੀ ਜਾਂ ਕਾਂਗਰਸ ਦੇ ਵਿੱਚ। ਹੁਣ ਅਨਲ ਜੋਸ਼ੀ ਵਰਗੇ ਲੋਕ ਜਾਂ ਹੋਰ ਬਹੁਤ ਸਾਰੇ ਹਿੰਦੂ ਲੋਕ ਜਿਹੜੇ ਅਕਾਲੀ ਦਲ ਸ਼ਾਮਲ ਕਰ ਰਿਹਾ, ਔਰ ਅਨਲ ਜੋਸ਼ੀ ਦਾ ਅੱਜ ਆਪਣੇ ਮੰਚ ਤੋਂ ਬਾਰ-ਬਾਰ ਆਪਣੇ ਆਪ ਨੂੰ ਇਹ ਬੀਜੇਪੀ ਵਰਗਾ ਸ਼ੋਅ ਕਰਨਾ, ਬੀਜੇਪੀ ਦੇ ਜਿਸ ਤਰ੍ਹਾਂ ਦੇ ਅਕਾਲੀ ਦਲ ਨਾਲ 9 ਮਾਸ ਦੇ ਰਿਸ਼ਤਿਆਂ ਦਾ ਜ਼ਿਕਰ ਕਰਨਾ, ਮਤਲਬ ਉਹ ਆਪਣੇ ਆਪ ਨੂੰ ਬੀਜੇਪੀ ਦੇ ਔਰੇ ਨਾਲ ਲੈ ਕੇ ਚੱਲਦੇ ਪਏ ਸੀ ਔਰ ਉਸੇ ਵੋਟ ਬੈਂਕ ਨੂੰ ਉਹ ਪਰਿਭਾਸ਼ਿਤ ਕਰਦੇ ਸੀ ਬਾਰ-ਬਾਰ। ਸੋ ਇਹ ਅਨਲ ਜੋਸ਼ੀ ਉਸ ਤਰ੍ਹਾਂ ਦਾ ਕੱਦ ਬਣਾ ਸਕਣਗੇ ਅਕਾਲੀ ਦਲ 'ਚ, ਕਿਉਂਕਿ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਅੱਜ ਮੰਚ ਤੇ ਸੀ। ਇਹ ਵੇਖਣ ਵਾਲੀ ਦਿਲਚਸਪ ਗੱਲ ਸੀ। ਇੰਜ ਲੱਗਦਾ ਸੀ ਜਿਵੇਂ ਪੂਰੀ ਦੀ ਪੂਰੀ ਕੋਰ ਕਮੇਟੀ ਬੈਠੀ ਹੋਵੇ, ਵਰਕਿੰਗ ਕਮੇਟੀ ਬੈਠੀ ਹੋਵੇ, ਸੁਖਬੀਰ ਬਾਦਲ ਦੇ ਨਾਲ ਲੰਬੀ ਕਤਾਰ ਸੀਗੀ। ਇਹਦਾ ਮਤਲਬ ਅਨਲ ਜੋਸ਼ੀ ਦੀ ਅਹਿਮੀਅਤ ਦਲ ਦੇ ਵਿੱਚ ਵਧਾ ਕੇ ਵੇਖੀ ਗਈ ਹੈ। ਆਉਂਦੇ ਦਿਨ ਹੀ ਹਿੰਦੂ ਵੋਟ ਅਕਾਲੀ ਦਲ ਨਾਲ ਜੋੜਨ 'ਚ ਸਮਰੱਥ ਹੋਣਗੇ ਅਨਲ ਜੋਸ਼ੀ। ਰੰਧਾਵਾ ਜੀ, ਹੁਣ ਦਲ ਬਦਲੂਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। 6 ਮਹੀਨੇ ਭਾਵੇਂ ਇਲੈਕਸ਼ਨ ਦੇ ਵਿੱਚ ਹੈਗੇ ਹੈ, ਪਰ ਪਾਲੇ ਚੇਂਜ ਹੋ ਰਹੇ ਨੇ। ਅਸੀਂ ਕੁਝ ਦਿਨ ਪਹਿਲੇ ਵੀ ਦੇਖਿਆ ਕਿ ਕਿਸ ਤਰੀਕੇ ਨਾਲ ਜਗਬੀਰ ਬਰਾੜ ਉਹਨਾਂ ਨੇ ਵੀ ਆਪਣਾ ਪਾਲਾ ਚੇਂਜ ਕੀਤਾ, ਜਾਂ ਹੋਰ ਵੀ ਕਈ ਆਗੂ ਸੀਗੇ ਜਿਨ੍ਹਾਂ ਨੇ ਆਪਣਾ ਪਾਲਾ ਬਦਲ ਕੇ ਦੂਜੀ ਪਾਰਟੀ ਦੇ ਵਿੱਚ ਜੁਆਇਨ ਕਰਕੇ ਇੱਕ ਛਾਲ ਮਾਰ ਲਈ। ਅੱਜ ਵਾਰੀ ਅਨਿਲ ਜੋਸ਼ੀ ਉਹਨਾਂ ਦੀ ਸੀਗੀ। ਅਨਿਲ ਜੋਸ਼ੀ ਉਹਨਾਂ ਜਦੋਂ ਤੋਂ ਭਾਜਪਾ ਤੋਂ ਕੱਢਿਆ ਗਿਆ 6 ਸਾਲ ਵਾਸਤੇ, ਤਦ ਤੋਂ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਵਿੱਚ ਸੀਗੇ ਕਿ ਆਸਾਂ ਇਹ ਵੀ ਲੱਗਦੀ ਸੀ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਆਮ ਆਦਮੀ ਪਾਰਟੀ ਅੰਮ੍ਰਿਤਸਰ ਨਾਰਥ ਤੋਂ ਆਪਣਾ ਕੈਂਡੀਡੇਟ ਕੁੰਵਰ ਵਿਜੇ ਪ੍ਰਤਾਪ ਨੂੰ ਬਣਾਈ ਚੁੱਕੀ ਸੀਗੀ।
ਹੁਣ 82 ਜ਼ਮੀਨ ਜਾਂ ਤੇ ਤਰਨਤਾਰਨ ਜਾ ਕੇ ਟਿਕਦੀ ਸੀ ਜਾਂ ਫਿਰ ਅੰਮ੍ਰਿਤਸਰ ਨਾਰਥ ਦੇ ਵਿੱਚ ਅਨਿਲ ਜੋਸ਼ੀ ਜਿਸ ਕਨਸਟੀਚੁਐਂਸੀ ਦੇ ਵਿੱਚ ਉਹਨਾਂ ਦਾ ਕੋਈ ਆਧਾਰ ਹੈ, ਉੱਥੋਂ ਲੜਨਾ ਚਾਹੁੰਦੇ ਸੀਗੇ। ਉਸ ਸਮੱਸਿਆਵਾਂ ਦਾ ਹੱਲ ਉਹਨਾਂ ਦਾ ਵੀ ਹੋ ਗਿਆ। ਤੇ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਸ਼ਹਿਰੀ ਕਨਸਟੀਚੁਐਂਸੀ ਦੇ ਵਿੱਚ ਜਿੱਥੇ ਅੱਜ ਤੱਕ ਉਹਨਾਂ ਦੀ ਗਠਬੰਧਨ ਵਾਲੀ ਪਾਰਟੀ ਭਾਜਪਾ ਲੜਦੀ ਰਹੀ ਸੀ, ਉੱਥੇ ਉਹ ਆਪਣਾ ਆਧਾਰ ਬਣਾਉਣਾ ਚਾਹੁੰਦੇ ਸੀਗੇ। ਉਹਨਾਂ ਦੀ ਵੀ ਗੱਲ ਪੂਰੀ ਹੋ ਗਈ ਹੈ। ਤੇ ਸਾਰੀ ਹੈ ਅਪੋਰਚੁਨਿਜ਼ਮ ਦੀ ਰਾਜਨੀਤੀ। ਇਹਦੇ ਵਿੱਚ ਅਕਾਲੀ ਦਲ ਵੱਡਾ ਕੁਨਬਾ ਹੈ ਜਾਂ ਅਨਿਲ ਜੋਸ਼ੀ ਉਹਨਾਂ ਦਾ ਅਕਾਲੀ ਦਲ ਦੀ ਤਾਰੀਫ ਦੇ ਵਿੱਚ ਕਸੀਦੇ ਪੜ੍ਹਨਾ, ਇਹ ਆਪਣੇ ਆਪ ਵਿੱਚ ਉਹੀ ਗੱਲਾਂ ਹੈਗੀਆਂ ਕਿ ਵੀ ਨਵੇਂ ਪਰਿਵਾਰ ਦੇ ਵਿੱਚ ਨਵਾਂ ਵਿਆਹ ਹੋਇਆ ਹੈ ਤੇ ਪਰਿਵਾਰ ਦੀ ਤਾਰੀਫ ਕਰਨਾ ਉਹਨਾਂ ਦੇ ਵਾਸਤੇ ਜ਼ਰੂਰੀ ਹੈ। ਪਰ ਇਹੀ ਅਨਿਲ ਜੋਸ਼ੀ ਸੀ ਜਿਨ੍ਹਾਂ ਦੇ ਭਰਾ ਦੇ ਨਾਲ ਅਕਾਲੀ ਵਰਕਰਾਂ ਤਰਨਤਾਰਨ ਪੱਟੀ ਦੇ ਵਿੱਚ ਜੁੱਤਖਾਨੀ ਵੀ ਹੋਈ ਸੀ, ਔਰ ਇੱਦਾਂ ਦੀ ਹੋਈ ਸੀ ਕਿ ਪੂਰੇ ਪੰਜਾਬ ਦੇ ਵਿੱਚ ਬੜੀ ਵੱਡੀ ਸੁਰਖੀਆਂ ਬਣੀ ਸੀ ਕਿ ਇੱਦਾਂ ਦੀ ਲੜਾਈ ਤੋਂ ਬਾਵਜੂਦ ਵੀ ਭਾਜਪਾ ਤੇ ਅਕਾਲੀ ਦਲ ਦਾ ਗਠਬੰਧਨ ਕਿਉਂ ਖੜਾ। ਪਰ ਚਲੋ ਅੱਜ ਇੱਕ ਮੰਚ ਤੇ ਦੇਖੇ ਗਏ ਕਾਫੀ ਸਾਰੇ ਹੋਰ ਵੀ ਆਗੂ ਅੱਜ ਅਕਾਲੀ ਦਲ ਜੁਆਇਨ ਕਰਕੇ, ਮੋਹਿਤ ਗੁਪਤਾ ਬਠਿੰਡੇ ਦੇ ਇੱਕ ਲੀਡਰ ਹੈਗੇ ਨੇ ਜਿਹੜੇ ਅਨਿਲ ਜੋਸ਼ੀ ਉਹਨਾਂ ਦੇ ਬੜੇ ਖਾਸ ਨੇ, ਉਹਨਾਂ ਨੇ ਵੀ ਅੱਜ ਜੁਆਇਨ ਕੀਤਾ। ਔਰ ਦਸੂਹੇ ਤੋਂ ਜਿਹੜੀ ਸਵਰਗੀ ਹੈ ਅਮਰਜੀਤ ਸਿੰਘ ਸਾਹੀ ਉਹਨਾਂ ਦੀ ਪਤਨੀ, ਉਹ ਵੀ ਅੱਜ ਉਸ ਸਟੇਜ ਤੋਂ ਦੇਖਿਆ ਗਿਆ ਤੇ ਦਸੂਹੇ ਦੇ ਵਿੱਚ ਵੀ ਉਹਨਾਂ ਦੀ ਟਿਕਟ ਅਨਾਉਂਸ ਹੋਣ ਦੀ ਗੱਲ ਚੱਲਦੀ ਪਈ ਹੈ ਕਿ ਸ਼ਾਇਦ ਉਹ ਉੱਥੋਂ ਵੀ ਲੜਨਗੇ। ਪਰ ਇਹ ਜਿਹੜਾ ਚੇਂਜ ਆਫ ਗਾਰਡਸ ਹੈ, ਚੇਂਜ ਆਫ ਪੋਲੀਟੀਕਲ ਪਾਰਟੀਜ਼ ਹੈ, ਚੇਂਜ ਆਫ ਫੇਸਿਸ ਹੈ, ਇਹ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਦੇਖਣ ਨੂੰ ਮਿਲ ਸਕਦੇ ਆ। ਇਸ ਤਰ੍ਹਾਂ ਦੇ ਪਾਲੇ ਚੇਂਜ ਕਰਕੇ ਕਿਹਨੂੰ ਤੇ ਕਿਸ ਪੋਲੀਟੀਕਲ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਣਾ ਹੈ, ਇਹ ਤੇ ਇਲੈਕਸ਼ਨ ਵਿੱਚ ਹੀ ਪਤਾ ਲੱਗੇਗਾ। ਪਰ ਫਿਲਹਾਲ ਇਹ ਪਾਲੇ ਚੇਂਜ ਕਰਨ ਦਾ ਦੌਰ ਸ਼ੁਰੂ ਹੈ ਔਰ ਅਗਲੇ 4-5 ਮਹੀਨੇ ਤੱਕ ਲਗਾਤਾਰ ਇਹ ਚੱਲਦਾ ਹੀ ਰਹੇਗਾ। ਰੋਜ਼ ਖਬਰਾਂ ਆਉਣਗੀਆਂ ਵੀ ਫਲਾਣਾ ਲੀਡਰ ਫਲਾਣੀ ਪਾਰਟੀ ਨੂੰ ਜੁਆਇਨ ਕਰ ਗਿਆ ਆਪਣੀ ਪਾਰਟੀ ਛੱਡ ਕੇ। ਚੰਡੀਗੜ੍ਹ ਦੇ ਵਿੱਚ ਕਾਂਗਰਸ ਨੂੰ ਜਦ ਬੜਾ ਵੱਡਾ ਝਟਕਾ ਲੱਗਿਆ, ਪ੍ਰਦੀਪ ਛਾਬੜਾ ਉਹਨਾਂ ਜਿਹੜੇ ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ ਸੀਗੇ, ਉਹ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ। ਉਸ ਤੋਂ ਬਾਅਦ ਕਈ ਆਗੂ, ਕਈ ਲੀਡਰ ਕਾਂਗਰਸ ਦੇ ਉਹ ਆਮ ਆਦਮੀ ਪਾਰਟੀ ਦੇਖੇ ਗਏ। ਤੇ ਇਹ ਪਾਰਟੀਆਂ ਛੱਡਣ ਦਾ, ਦੂਜੀ ਪਾਰਟੀਆਂ ਜੁਆਇਨ ਕਰਨ ਦਾ ਦੌਰ ਸ਼ੁਰੂ ਹੈ, ਸੀਜ਼ਨ ਸ਼ੁਰੂ ਹੈ। ਇਸ ਸੀਜ਼ਨ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਬਹੁਤ ਸਾਰੀ ਦੇਖਣ ਨੂੰ ਮਿਲ ਸਕਦੀਆਂ। ਬਿਲਕੁਲ ਠੀਕ ਹੈ। ਔਰ ਇਹ ਸੱਚ ਹੈ ਕਿ ਇਸ ਦੌਰ ਦੇ ਵਿੱਚ ਝੰਡੀਆਂ ਵਾਲੇ, ਪੋਸਟਰ ਵਾਲੇ, ਫਲੈਕਸ ਮਸ਼ੀਨਾਂ ਵਾਲੇ, ਟੈਂਟ ਵਾਲੇ, ਹਲਵਾਈਆਂ ਦਾ ਇਹ ਚੰਗਾ ਬੋਲਬਾਲਾ ਰਹੂਗਾ। ਆਪਣੇ ਆਪਣੇ ਬਿਜ਼ਨਸ ਵਧਾ ਲਓ। ਜਿਹਨੂੰ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਅਗਲੇ 6 ਮਹੀਨੇ ਲਈ ਇਹ ਚੁਣ ਸਕਦਾ, ਭਾਵੇਂ ਪਾਰਟ ਟਾਈਮ ਚੁਣ ਲੇ, ਤੁਹਾਨੂੰ ਖੂਬ ਮੁਨਾਫਾ ਮਿਲੂਗਾ। ਪਰ ਸਮਾਂ ਇਹ ਕਹਿੰਦਾ ਹੈ ਕਿ ਨਾਲ ਨਾਲ ਪੈਸੇ ਲੈ ਲਿਓ। ਪੋਲੀਟੀਕਲ ਬੰਦੇ ਜਦੋਂ ਜਿੱਤ ਜਾਂਦੇ ਫਿਰ ਤੂੰ ਕੌਣ ਮੈਂ ਕੌਣ, ਅੱਗੇ ਬਠਿੰਡੇ ਵੱਲ, ਇੱਕ ਮੁਕਤਸਰ ਵੱਲ ਦਰਜੀ ਦਾ ਬੜਾ ਰੌਲਾ ਪੈਂਦਾ ਰਿਹਾ। ਇਹ ਨਾ ਹੋਵੇ ਕੋਈ ਤੁਸੀਂ ਵੀ ਨਵਾਂ ਸਿਆਪਾ ਪਾ ਲਓ। ਵੈਸੇ ਇਹੋ ਜਿਹੇ ਸਿਆਪਿਆਂ 'ਚ ਫਾਇਦਾ ਵੀ ਹੁੰਦਾ, ਸੁਰਖੀ ਬੜੀ ਬਣਦੀ ਆ। ਇੱਕ ਕਾਮਨ ਬੰਦਾ ਰਾਤੋਂ ਰਾਤ ਅਸਮਾਨ ਤੇ ਚੜ ਜਾਂਦਾ, ਸੋਸ਼ਲ ਮੀਡੀਆ ਤੇ ਬੱਲੇ ਬੱਲੇ ਹੋ ਜਾਂਦੀ। ਕਹਿੰਦੇ ਵੱਡਿਆਂ ਨਾਲ ਪੰਗੇ ਲੈਣ ਦੇ ਫਾਇਦੇ ਵੀ ਹੁੰਦੇ। ਖੈਰ ਮੈਂ ਅੱਗੇ ਵਧਾਂ ਤੇ ਮੈਨੂੰ ਦੱਸਿਓ ਬਈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਐਡਵਾਈਜ਼ਰ ਨੇ ਕੇਜਰੀਵਾਲ ਦੇ ਨਾਲ, ਅਕਸਰ ਵੱਖ-ਵੱਖ ਨੈਸ਼ਨਲ ਚੈਨਲਾਂ ਤੇ ਵੀ ਦੇਖੇ ਜਾਂਦੇ ਆ। ਵਾਜਪਾਈ ਸਾਹਿਬ ਦੱਸਿਆ ਨਾ ਜੀ? ਨਹੀਂ, ਦੀਪਕ ਵਾਜਪਾਈ ਹੈਗੇ ਜੀ। ਦੀਪਕ ਵਾਜਪਾਈ, ਉਹਨਾਂ ਨੇ ਇੱਕ ਬੜਾ ਟੇਢਾ ਜਿਹਾ ਸਟੈਂਡ ਲਿਆ ਜਦੋਂ ਸਾਰਾ ਪੰਜਾਬ ਇਸ ਗੱਲ ਤੇ ਸੀ ਕਿ ਜੇ ਕੋਈ ਦੋਸ਼ੀ ਹੈ, ਜੇ ਕਿਸੇ ਨੇ ਕੋਈ ਕ੍ਰਾਈਮ ਜਾਂ ਕੁਛ ਇਸ ਤਰ੍ਹਾਂ ਦੀ ਗੱਲ 'ਚ ਸ਼ਾਮਲ ਹੈ ਤਾਂ ਉਹਦੀ ਤਫਤੀਸ਼ ਹੋਵੇ, ਉਹਨੂੰ ਆਮ ਵਿਅਕਤੀ ਵਾਂਗ ਕਟਹਿਰੇ 'ਚ ਖੜਨਾ ਪਵੇ। ਸੋ ਸੁਮੇਧ ਸੈਣੀ ਨੂੰ ਲੈ ਕੇ ਜਦੋਂ ਉਹ ਵਾਜਪਾਈ ਬਿਆਨ ਦਿੰਦੇ ਆ, ਆਮ ਆਦਮੀ ਪਾਰਟੀ ਦੇ ਉੱਘੇ ਲੀਡਰ, ਗਲਤੀ ਫਿਰ ਭਾਰੀ ਪੈ ਸਕਦੀ ਹੈ। ਦੱਸਿਓ ਜ਼ਰਾ। ਦੇਖੋ, ਜਿਹੜਾ ਅੱਜ ਦਾ ਬਿਆਨ ਹੈ ਬੜਾ ਸੋਚਾ ਸਮਝਿਆ ਬਿਆਨ ਹੈ, ਜਿੱਤੇ ਪੰਜਾਬ ਦੇ ਵਿੱਚ ਸੈਣੀ ਉਹਨਾਂ ਦਾ ਵਿਰੋਧ ਵੀ ਹੁੰਦਾ, ਖਾਸ ਕਰਕੇ ਸਿੱਖ ਜਥੇਬੰਦੀਆਂ ਕਾਫੀ ਉਹਦਾ ਵਿਰੋਧ ਕਰਦੀਆਂ, ਕਿਉਂਕਿ ਅੱਤਵਾਦ ਦੇ ਟਾਈਮ ਜਿਸ ਤਰੀਕੇ ਨਾਲ ਬਹੁਤ ਸਾਰੇ ਬੇਕਸੂਰ ਨਵਯੁਵਕਾਂ ਦਾ ਕਤਲ ਹੋਇਆ ਔਰ ਪੁਲਿਸ ਨੇ ਫਾਇਰਿੰਗ ਦੇ ਵਿੱਚ ਉਹਨਾਂ ਨੂੰ ਮਾਰਤਾ, ਕਿਡਨੈਪ ਹੋਏ, ਪਤਾ ਹੀ ਨਹੀਂ ਚੱਲਿਆ ਕਿੱਥੇ ਗਏ। ਉਹਨਾਂ ਸਾਰੇ ਦੋਸ਼ਾਂ ਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਜਿਹੜੇ ਸੁਮੇਧ ਸਿੰਘ ਸੈਣੀ ਉਹਨਾਂ ਉਹਦੇ ਵਿੱਚ ਨਜ਼ਰ ਆਉਂਦੇ। ਪਰ ਦੂਜੇ ਪਾਸੇ ਜਦ ਵਾਜਪਾਈ ਉਹਨਾਂ ਇੱਦਾਂ ਦਾ ਬਿਆਨ ਦਿੰਦੇ ਨੇ, ਦੀਪਕ ਵਾਜਪਾਈ, ਕਿ ਉਹ ਪੰਜਾਬ ਦੇ ਹੀਰੋ ਨੇ, ਕਿਉਂਕਿ ਅੱਤਵਾਦ ਕਦੀ ਇੱਦਾਂ ਖਤਮ ਨਹੀਂ ਹੋ ਸਕਦਾ ਸੀ ਜੇ ਸੈਣੀ ਵਰਗੇ ਅਫਸਰ ਨਾ ਹੁੰਦੇ। ਭਾਵੇਂ ਸੈਣੀ ਸਾਹਿਬ ਨੇ ਜ਼ਿਆਦਤੀਆਂ ਤੇ ਬਹੁਤ ਕੀਤੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆਏ ਦਿਨ ਅਸੀਂ ਕਈ ਲੋਕਾਂ ਤੋਂ ਉਸ ਜਿਹੜੇ ਬਲੈਕ ਡੇਜ਼ ਆਫ ਟੈਰਰਿਜ਼ਮ ਜਿਹਨੂੰ ਕਹਿੰਦੇ
ਉਸ ਦੌਰਾਨ ਪੁਲਿਸ ਨੇ ਜੋ ਜ਼ਿਆਦਤੀਆਂ ਕੀਤੀ ਸੀ ਉਹਦੇ ਕਿੱਸੇ ਅੱਜ ਵੀ ਸੁਣਨ ਨੂੰ ਮਿਲਦੇ ਨੇ, ਔਰ ਵਾਕਈ ਉਹ ਬਹੁਤ ਵੱਡੀ ਜ਼ਿਆਦਤੀਆਂ ਸੀਗੀ। ਪਰ ਵਾਜਪਾਈ ਉਹਨਾਂ ਦਾ ਇਹ ਬਿਆਨ ਕਿ ਅਗਰ ਸੈਣੀ ਹੋਣਾ ਜਾਂ ਸੈਣੀ ਵਰਗਾ ਦੇ ਅਫਸਰ ਅਗਰ ਇਹ ਕੁਝ ਨਾ ਕਰਦੇ ਤੇ ਪੰਜਾਬ ਵਿੱਚੋਂ ਅੱਤਵਾਦ ਖਤਮ ਹੀ ਨਹੀਂ ਹੋ ਸਕਦਾ ਸੀਗਾ। ਕਿਸੇ ਨਾ ਕਿਸੇ ਜਗ੍ਹਾ ਗੱਲ ਠੀਕ ਵੀ ਲੱਗਦੀ ਹੈ, ਪਰ ਜਿਸ ਬੇਕਸੂਰ ਪਰਿਵਾਰ ਦਾ ਬੇਕਸੂਰ ਮੁੰਡਾ ਮਾਰਿਆ ਜਾਂਦਾ ਹੈ, ਉਹਨਾਂ ਨੂੰ ਪੁੱਛੋ ਕਿ ਅੱਤਵਾਦ ਖਤਮ ਕਰਨ ਵਾਸਤੇ ਸਾਡੇ ਬੇਕਸੂਰ ਮੁੰਡੇ ਨੂੰ ਮਾਰਨਾ ਜ਼ਰੂਰੀ ਸੀਗਾ। ਔਰ ਜਦ ਕੋਈ ਬੇਕਸੂਰ ਵਿਅਕਤੀ ਜਾਂ ਕਿਸੇ ਦੇ ਪਰਿਵਾਰ ਦਾ ਮੈਂਬਰ ਮਰਦਾ ਹੈ ਤੇ ਉਹ ਪੂਰਾ ਪਰਿਵਾਰ ਉਸ ਅਫਸਰ ਨੂੰ, ਉਸ ਪੁਲਿਸ ਦੀ ਜ਼ਿਆਦਤੀਆਂ ਨੂੰ ਕਿੱਦਾਂ ਬਰਦਾਸ਼ਤ ਕਰ ਸਕਦਾ? ਉਹ ਸਾਰੀ ਉਮਰ ਇਸ ਗੱਲ ਨੂੰ ਭੁੱਲ ਨਹੀਂ ਸਕਦੇ। ਇਸ ਗੱਲ ਦੇ ਵਾਸਤੇ ਸ਼ਾਇਦ ਦੀਪਕ ਵਾਜਪਾਈ, ਕਿਉਂਕਿ ਉਹ ਪੰਜਾਬੀ ਨਹੀਂ, ਪੰਜਾਬ ਦੇ ਵਿੱਚ ਨਹੀਂ ਰਹਿੰਦੇ, ਤਾਂ ਉਹ ਸਮਝ ਨਹੀਂ ਸਕਦੇ। ਗੱਲਾਂ ਤੇ ਅਤਿਆਚਾਰ ਬਹੁਤ ਹੋਏ ਸੀ ਉਸ ਟਾਈਮ, ਔਰ ਉਹਨਾਂ ਅਤਿਆਚਾਰਾਂ ਦੇ ਵਿੱਚ ਅਗਰ ਬੇਕਸੂਰ ਲੋਕ, ਬੇਕਸੂਰ ਯੂਥ ਅਗਰ ਮਾਰ ਦਿੱਤੇ ਗਏ ਸੀ ਤੇ ਇਹਦਾ ਦੁੱਖ ਉਹਨਾਂ ਪਰਿਵਾਰਾਂ ਤੋਂ ਪੁੱਛੋ, ਇੱਦਾਂ ਦਾ ਦੁੱਖ ਹੁੰਦਾ ਕੀ ਹੈ। ਚਲੋ ਟੈਰਰਿਜ਼ਮ ਖਤਮ ਹੋਇਆ, ਅਸੀਂ ਇਸ ਗੱਲ ਨੂੰ ਚੰਗਾ ਮੰਨਦੇ ਹਾਂ, ਪਰ ਪੋਲਰਾਈਜੇਸ਼ਨ ਵਾਸਤੇ ਕੋਈ ਇੱਦਾਂ ਦੀ ਸਟੇਟਮੈਂਟ ਦੇਣਾ, ਅਸੀਂ ਭਾਵੇਂ ਉਹ ਜੋ ਵੀ ਕਹਿ ਰਹੇ ਨੇ ਉਹਦੀ ਗੱਲ ਨੂੰ ਆਪਾਂ ਨੇਗੇਟ ਨਹੀਂ ਕਰਦੇ, ਪਰ ਦੂਜੇ ਪਾਸੇ ਤੁਸੀਂ ਉਹਨਾਂ ਪਰਿਵਾਰਾਂ ਦਾ ਦਰਦ ਵੀ ਦੇਖੋ ਜੋ ਬੇਕਸੂਰ ਸੀਗੇ, ਔਰ ਉਹਨਾਂ ਦੇ ਪਰਿਵਾਰਾਂ ਨੂੰ ਇੰਨਾ ਭਾਣਾ ਮੰਨਣਾ ਪਿਆ ਜਸਟ ਕਿ ਪੁਲਿਸ ਨੇ ਜ਼ਿਆਦਤੀਆਂ ਕੀਤੀ ਸੀਗੀ। ਪਰ ਚਲੋ ਆਪਾਂ ਉਹ ਦੌਰ ਨੂੰ ਜ਼ਿਆਦਾ ਡਿਸਕਸ ਨਹੀਂ ਕਰਨਾ ਚਾਹੁੰਦੇ, ਪਰ ਰਾਜਨੀਤਿਕ ਲੋਕਾਂ ਦੀ ਇੱਦਾਂ ਦੀ ਸਟੇਟਮੈਂਟ ਦੇਣੀ ਕਿ ਜਸਟ ਪੋਲਰਾਈਜੇਸ਼ਨ ਕਰਕੇ, ਕਿ ਉਹਨਾਂ ਨੂੰ ਲੱਗੇ ਵੀ ਭਾਜਪਾ ਦਾ ਜਿਹੜਾ ਹਿੰਦੂ ਵੋਟਰ ਹੈਗਾ ਉਹ ਕਿੱਦਾਂ ਆਪਣੀ ਤਰਫ ਅਟਰੈਕਟ ਕੀਤਾ ਜਾ ਸਕਦਾ ਤੇ ਉਹਦੇ ਕਰਕੇ ਇਹ ਬਿਆਨ ਦਿੱਤਾ ਜਾਏ, ਉਹ ਕਿਸੇ ਨਾ ਕਿਸੇ ਜਗ੍ਹਾ ਸਿਆਸੀ ਟੀਚੇ ਹੈਗੇ ਹੈ। ਔਰ ਦੀਪਕ ਵਾਜਪਾਈ ਪੰਜਾਬ ਦੀ ਨਸਲ ਨੂੰ, ਪੰਜਾਬ ਦੇ ਮਾਹੌਲ ਨੂੰ, ਪੰਜਾਬ ਦੇ ਲੋਕਾਂ ਦੀ ਜਜ਼ਬਾਤ ਨੂੰ ਸ਼ਾਇਦ ਚੰਗੀ ਤਰ੍ਹਾਂ ਨਹੀਂ ਸਮਝਦੇ, ਤਾਂ ਹੀ ਉਹਨਾਂ ਨੇ ਇੱਦਾਂ ਦਾ ਬਿਆਨ ਦਿੱਤਾ। ਬਿਲਕੁਲ ਠੀਕ ਹੈ, ਲੇਕਿਨ ਕਿਉਂਕਿ ਕੋਈ ਵੀ ਆਪਣੇ ਅਤੀਤ ਵਿੱਚ ਕਾਲੇ ਦੌਰ ਨੂੰ ਯਾਦ ਨਹੀਂ ਕਰਨਾ ਚਾਹੁੰਦਾ, ਲੇਕਿਨ ਉਹਦੇ ਤੋਂ ਸਿੱਖਣਾ ਬਹੁਤ ਲਾਜ਼ਮ ਹੁੰਦਾ ਹੈ ਕਿ ਤਾਂ ਕਿ ਮੁੜ ਕੇ ਅਸੀਂ ਉਹੋ ਜਿਹੇ ਮਾਹੌਲ 'ਚ ਨਾ ਫਸ ਜਾਈਏ। ਨੋ ਡਾਊਟ ਦੋ ਧਿਰੀ ਕਤਲ ਹੋਏ, ਮਾੜੇ ਹੋਏ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਦੋਨੇ ਧਿਰੀ ਪੰਜਾਬੀ ਮਰੇ, ਕੋਈ ਪੁਲਿਸ ਦੇ ਵਿੱਚ ਵੀ ਜਿਹੜਾ ਵਰਦੀ 'ਚ ਸੀ ਉਹ ਵੀ ਪੰਜਾਬੀ ਪੁੱਤ ਸੀ, ਤੇ ਦੂਜੇ ਬੰਨੇ ਜਿਹੜਾ ਉਹ ਵੀ ਕਿਸੇ ਪੰਜਾਬੀ ਦਾ ਪੁੱਤ ਸੀ। ਸਵਾਲ ਇਹ ਹੈ ਕਿ ਕਿਹਨੇ ਕਦੋਂ ਕਿਹਨੂੰ ਕਤਲ ਕਰਤਾ, ਇਹ ਬੜੀਆਂ ਲੰਬੀਆਂ ਬਹਿਸਾਂ ਨੇ, ਕਿਉਂਕਿ ਅਦਾਲਤਾਂ ਦੇ ਵਿੱਚ ਬਹੁਤ ਸਾਰੇ ਕੇਸ ਪੁਲਿਸ ਦੇ ਖਿਲਾਫ, ਪੁਲਿਸ ਅਫਸਰਾਂ ਦੇ ਖਿਲਾਫ ਵੀ ਗਏ, ਤੇ ਬਹੁਤ ਸਾਰੇ ਪੁਲਿਸ ਦੇ ਲੋਕ ਵੀ ਮਾਰੇ ਗਏ। ਖੈਰ ਉਸ ਬਹਿਸ ਵਿੱਚ ਨਹੀਂ ਪੈਂਦੇ। ਜਦੋਂ ਭਾਸਕਰ ਸਾਹਿਬ ਕਹਿੰਦੇ ਕਿ ਕਤਲ ਹੋਏ, ਤਾਂ ਅਸੀਂ ਕਿਸੇ ਖਾਸ ਧਿਰ ਨੂੰ ਇਹ ਦੋਸ਼ ਨਹੀਂ ਮੜਦੇ, ਕਿਉਂਕਿ ਯੁੱਧ ਦੇ ਵਿੱਚ, ਇਹ ਲੜਾਈ ਦੇ ਵਿੱਚ ਪਤਾ ਨਹੀਂ ਕਦੋਂ ਕੀ ਕੀ ਵਾਪਰ ਜਾਂਦਾ ਹੈ। ਹਰੇਕ ਦੀ ਆਪਣੀ ਪਰਸੈਪਸ਼ਨ ਤੇ ਆਪਣੀ ਪ੍ਰੈਡਿਕਸ਼ਨ ਹੁੰਦੀ ਹੈ। ਖੈਰ, ਮੈਂ ਇਸ ਤੋਂ ਅਗਲੀ ਗੱਲ ਤੁਹਾਡੇ ਤੋਂ ਪੁੱਛਣੀ ਆ, ਜਿਹੜੀ ਬਹੁਤ ਅਹਿਮ ਆ, ਉਹ ਇਹ ਆ ਕਿ ਅੱਜ ਧਿਆਨ ਸਿੰਘ ਮੰਡ ਦੇ ਸਾਹਮਣੇ ਮੇਰਾ ਖਿਆਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਸ਼ ਹੋ ਗਏ 2 MLAs ਦੇ ਨਾਲ, ਤੇ ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਤੇ ਗਏ ਨਹੀਂ, ਸ਼ਾਇਦ ਉਹਨਾਂ ਦਾ ਕੁਰਜੇਵਾਂ ਹੋਊਗਾ। ਪਹਿਲਾਂ ਇਹ ਬਹੁਤਾ ਤਿਆਰ ਨਹੀਂ ਸੀਗੇ ਜਾਣ ਨੂੰ, ਤੇ ਪਰ ਅਖੀਰ ਦੇ ਵਿੱਚ ਉਹ ਜਾ ਕੇ ਆਪਣੀ ਚਿੱਠੀ ਦੇ ਆਏ ਆ, ਜਿਹਦੇ ਉੱਤੇ ਹੁਣ ਮੰਡ ਸਾਹਿਬ ਕਹਿੰਦੇ ਆ ਕਿ ਇਹਦੇ ਤੇ ਫੈਸਲਾ ਸੰਗਤ ਕਰੂਗੀ, ਸੰਗਤ ਦੀ ਹਾਜ਼ਰੀ 'ਚ ਕੀਤਾ ਜਾਊਗਾ, ਤੇ ਨਾਲੇ ਹੀ ਇਹਨਾਂ ਦਾ ਜਿਹੜਾ ਪੱਤਰ ਉਦੋਂ ਲੋਕਾਂ ਨੂੰ ਦੱਸਿਆ ਜਾਊਗਾ। ਮੈਨੂੰ ਦੱਸਿਓ ਕਿ ਇਹ ਪੈਂਤੜੇਬਾਜ਼ੀ ਵੀ ਮੰਤਰੀਆਂ ਵੱਲੋਂ ਸੋਚ ਸਮਝ ਕੇ ਕੀਤੀ ਗਈ ਆ ਕਿ ਖੈਰ ਇੱਧਰਲੀ ਜਿਹੜੀ ਲੜਾਈ ਇਹਨੂੰ ਤਾਂ ਮੁਕਾਈਏ, ਜਾਂ ਕੋਈ ਉਹ ਤਿੱਖਾ ਜਵਾਬ ਦੇ ਕੇ ਗਏ ਆ? ਪਰ ਜੇ ਤਿੱਖਾ ਦੇਣਾ ਹੁੰਦਾ ਤੇ ਉਹ ਕਿਸੇ ਦੇ ਹੱਥ ਵੀ ਭੇਜ ਸਕਦੇ ਸੀ। ਆਪ ਮਾਉਣ ਦਾ ਮਤਲਬ ਹੁੰਦਾ ਗੱਲ ਛੱਡਣੀ ਚਾਹੁੰਦੇ ਆ। ਦੇਖੋ, ਕਈ ਤਾਰੀਖ ਲੱਗੀ ਜਦ ਧਿਆਨ ਸਿੰਘ ਮੰਡ ਉਹਨਾਂ ਨੇ, ਜਿਹੜੇ ਅਕਾਲ ਤਖਤ ਦੇ ਜਥੇਦਾਰ, ਪੈਰਲਲ ਅਕਾਲ ਤਖਤ ਦੇ ਜਥੇਦਾਰ, ਉਹ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਸੀ। ਉਹ ਵੀ ਤਦ ਕਰਕੇ ਕਿ ਜਦ ਬਰਗਾੜੀ ਦਾ ਮੋਰਚਾ ਲੱਗਿਆ ਸੀਗਾ ਤੇ ਆਹ ਸਾਰੇ ਉੱਥੇ ਪਹੁੰਚੇ ਸੀਗੇ, ਕੁਝ ਵਾਅਦੇ ਕੀਤੇ ਸੀਗੇ, ਕੁਝ ਪ੍ਰੋਮਿਸਿਸ ਕੀਤੇ ਸੀਗੇ ਜੋ ਨਹੀਂ ਨਿਭਾਏ ਗਏ, ਔਰ ਉਹਦੇ ਕਰਕੇ ਧਿਆਨ ਸਿੰਘ ਮੰਡ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਤੇ ਬੁਲਾਇਆ ਸੀਗਾ। ਸੁਖਜਿੰਦਰ ਰੰਧਾਵਾ ਇਹਦੇ ਵਿੱਚੋਂ ਮੇਨ ਉਹ ਮੰਤਰੀ ਸੀਗੇ ਜੋ ਇਸ ਡੈਲੀਗੇਸ਼ਨ ਦੇ ਵਿੱਚ ਮੌਜੂਦ ਸੀਗੇ। ਕਈ ਵਾਰ ਇਹ ਗੱਲਾਂ ਆਈਆਂ ਕਿ ਜੋ ਕੁਝ ਵੀ ਮੀਟਿੰਗ ਜਾਂ ਜੋ ਵੀ ਮੰਤਰੀਆਂ ਦਾ ਡੈਲੀਗੇਸ਼ਨ, MLA ਦਾ ਡੈਲੀਗੇਸ਼ਨ ਉੱਥੇ ਗਿਆ ਮੋਰਚੇ ਨੂੰ ਉਠਾਉਣ ਵਾਸਤੇ, ਉਹਦੇ ਪਿੱਛੇ ਐਸ਼ੋਰੈਂਸ ਜਾਂ ਵਾਅਦੇ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸੀਗੇ। ਇਹ ਗੱਲ ਅਖਬਾਰਾਂ ਦੇ ਵਿੱਚ ਤਾਂ ਛਪੀਆਂ, ਪਰ ਉਹਨਾਂ ਦਾ ਅਕਾਲ ਤਖਤ ਦੇ ਜਥੇਦਾਰ ਧਿਆਨ ਸਿੰਘ ਮੰਡ ਉਹਨਾਂ ਦੇ ਸਾਹਮਣੇ ਪੇਸ਼ ਨਾ ਹੋਣਾ, ਔਰ ਅਚਾਨਕ ਹੀ ਅੱਜ 20 ਅਗਸਤ ਨੂੰ ਵੀ ਇੱਕ ਤਾਰੀਖ ਹੀ ਸੀ, ਅੱਜ ਉਹ ਪੇਸ਼ ਹੋਏ, ਇੱਕ ਚਿੱਠੀ ਦਿੱਤੀ, ਔਰ ਚਿੱਠੀ ਨੂੰ ਨਾ ਖੋਲ੍ਹਣ ਦਾ ਇੱਕ ਕਰਾਰਨਾਮਾ ਵੀ ਹੋਇਆ, ਜਿਹਦੇ ਵਿੱਚ ਮੰਡ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਵੀ ਇਹ ਚਿੱਠੀ ਅਸੀਂ 30 ਅਗਸਤ ਨੂੰ ਸੰਗਤ ਦੇ ਸਾਹਮਣੇ ਖੋਲਾਂਗੇ, ਔਰ ਸੰਗਤ ਨੂੰ ਇਹ ਚਿੱਠੀ ਵੀ ਰਿਲੀਜ਼ ਕਰਾਂਗੇ, ਤੇ ਨਾਲ ਦੇ ਨਾਲ
ਉਹਨਾਂ ਦਾ ਆਪਣਾ ਫੈਸਲਾ, ਸੰਗਤ ਦਾ ਫੈਸਲਾ ਵੀ ਉਸ ਦਿਨ ਅਨਾਉਂਸ ਹੋਏਗਾ। ਉਹ ਫੈਸਲਾ ਕੀ ਹੁੰਦਾ ਹੈ? ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਤਲਖੀ ਵਧਾਉਣ ਦੀ ਗੱਲ ਹੁੰਦੀ ਤੇ ਅੱਜ ਉਹ ਪੇਸ਼ ਨਾ ਹੁੰਦੇ। ਗੱਲ ਤੇ ਮਿੱਟੀ ਪਾਉਣ ਦੀ ਗੱਲ ਹੈਗੀ ਹੈ, ਗੱਲ ਨੂੰ ਖਤਮ ਕਰਨ ਦੀ ਗੱਲ ਹੈਗੀ ਹੈ, ਜਿਹਦੇ ਕਰਕੇ ਅੱਜ ਦੋ MLA ਤੇ ਮੰਤਰੀ ਉੱਥੇ ਪੇਸ਼ ਹੋਏ। ਔਰ ਹੁਣ ਗੱਲ ਖਤਮ ਹੁੰਦੀ ਹੈ ਕਿ ਨਹੀਂ, ਇਹ ਤੇ 30 ਅਗਸਤ ਨੂੰ ਪਤਾ ਲੱਗੇਗਾ। ਬਿਲਕੁਲ, ਇਹ ਦੋ ਧਿਰਾਂ ਸੀਗੀਆਂ, ਇੱਕ ਮੋਰਚਾ ਲਾਉਣ ਵਾਲੇ, ਦੂਜਾ ਮੋਰਚਾ ਚੁਕਾਉਣ ਵਾਲੇ। ਇਹ ਦੋਨੇ ਤਾਂ ਆਪਸ ਵਿੱਚ ਸਹਿਮਤ ਹੋ ਜਾਣਗੇ, ਪਰ ਲੋਕਾਂ ਲਈ ਜਿਹੜਾ ਇਨਸਾਫ ਸੀ, ਜਿਹੜਾ ਮੋਰਚਾ ਇਨਸਾਫ ਲਈ ਲੱਗਿਆ ਸੀ, ਉਹਦਾ ਵੀ ਕਤਲ ਹੋ ਗਿਆ, ਭਾਵਨਾਵਾਂ ਦਾ ਵੀ ਕਤਲ ਹੋ ਗਿਆ। ਇਨਸਾਫ ਕਦੋਂ ਦਿਓਗੇ? ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜੇ ਕਿਧਰੇ ਜ਼ਮੀਰ ਜਾਗਦੀ ਆ ਤਾਂ ਆਪਣੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਬਹਿ ਜਾਓ ਜਾ ਕੇ। ਕੀ ਫਰਕ ਪੈਂਦਾ? ਭਾਵੇਂ ਸਰਕਾਰ ਦਾ ਹਿੱਸਾ ਹੀ ਹੋ, ਜਾਓ ਧਰਨਾ ਦਿਓ। ਤੁਹਾਡੇ ਘਰ ਅੱਗੇ ਧਰਨਾ ਵੀ ਤੇ ਜਥੇਬੰਦੀਆਂ ਨੇ ਦਿੱਤਾ ਸੀਗਾ ਕਿ ਵਾਅਦੇ ਕਰਕੇ ਮੁੱਕਰ ਗਏ ਹੋ। ਹੁਣ ਤਰਲੇ ਮਾਰਨ ਦੀ ਕੀ ਤੋਕਾ? ਮਰਦਾਂ ਵਾਂਗ ਮੈਦਾਨ ਚ ਆਓ। ਏਦਾਂ ਨਹੀਂ ਹੁੰਦਾ। ਭੱਜਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਆ। ਇਹ ਗੱਲ ਲੋਕ ਤੁਹਾਨੂੰ ਇਲੈਕਸ਼ਨਸ ਦੇ ਵਿੱਚ ਜ਼ਰੂਰ ਪੁੱਛਣਗੇ, ਨਹੀਂ ਤਾਂ ਫਿਰ ਸਟੈਂਡ ਲਓ। ਐ ਨਹੀਂ ਕਿ ਆਪਸੀ ਕਲੇਸ਼ ਦੇ ਵਿੱਚ ਬਚ ਕੇ ਨਿਕਲੋਗੇ। ਕੈਪਟਨ ਅਮਰਿੰਦਰ ਸਿੰਘ ਵੀ ਉਸੇ ਕਟਹਿਰੇ 'ਚ ਆ ਤੇ ਉਸੇ ਕਟਹਿਰੇ ਦੇ ਵਿੱਚ ਧਿਆਨ ਸਿੰਘ ਮੰਡ ਵੀ ਹੈਗੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।